ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਪੂਰੇ ਸਿਖਰ ਤੇ ਹੈ। ਸਰਕਾਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੋਈ ਹੈ, ਪਰ ਕਿਸਾਨ ਆਪਣੇ ਇਰਾਦਿਆਂ ਦੇ ਉੱਪਰ ਪੂਰੇ ਤਰੀਕੇ ਦੇ ਨਾਲ ਡਟੇ ਹੋਏ ਨੇ ਕਿ ਕਿਸਾਨ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਸਾਨੂੰ ਰੱਦ ਚਾਹੀਦੇ ਨੇ, ਕੋਈ ਸੋਧ ਨਹੀਂ ਹੋਣੀ ਚਾਹੀਦੀ। ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ, ਪਰ ਕਿਸਾਨ ਆਪਣੇ ਮੋਰਚੇ ਸੰਭਾਲ ਕੇ ਦਿੱਲੀ ਦੇ ਵਿੱਚ ਵੀ ਡਟੇ ਹੋਏ ਨੇ ਅਤੇ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਡਟੇ ਹੋਏ ਨੇ। ਹੁਣ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਅਖੰਡ ਪਾਠ ਸਾਹਿਬ ਗੁਰਦੁਆਰਿਆਂ ਦੇ ਵਿੱਚ ਆਰੰਭ ਹੋਣੇ ਸ਼ੁਰੂ ਹੋ ਚੁੱਕੇ ਨੇ, ਤਾਂ ਕਿ ਜਿਹੜੀ ਦਿੱਲੀ ਦੇ ਵਿੱਚ ਜੰਗ ਲੜੀ ਜਾ ਰਹੀ ਹੈ ਦਿੱਲੀ ਦੇ ਨਾਲ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ, ਉਹ ਛੇਤੀ ਜਿੱਤ ਕੇ ਕਿਸਾਨ ਪਿੰਡਾਂ ਦੇ ਵਿੱਚ ਵਾਪਸ ਆਉਣ। ਇਸ ਸਮੇਂ ਅਸੀਂ ਪਿੰਡ ਤੱਲਣ ਦੇ ਵਿੱਚ ਮੌਜੂਦ ਹਾਂ ਜਲੰਧਰ ਦੇ, ਜਿੱਥੇ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈਗਾ ਜੀ ਮਾਨ ਸਿੰਘ ਜੀ। ਅੱਜ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਤੁਸੀਂ, ਇਹ ਖਿਆਲ ਕਿੱਦਾਂ ਆਇਆ ਕਿ ਹੁਣ ਅਖੰਡ ਪਾਠ ਸਾਹਿਬ ਆਰੰਭ ਕਰਵਾਉਣੇ ਸ਼ੁਰੂ ਕਰੀਏ? ਹਾਂਜੀ ਜੀ, ਬਾਬਾ ਨਰਿੰਦਰ ਸਿੰਘ ਹੁਣੀ ਹਜ਼ੂਰ ਸਾਹਿਬ ਵਾਲਿਆਂ ਨੇ ਬੇਨਤੀ ਕੀਤੀ ਸੰਗਤ ਨੂੰ ਦਿੱਲੀ ਮੋਰਚੇ ਤੋਂ। ਉਹ ਕਹਿੰਦੇ ਵੀ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਦਿੱਲੀ ਮੋਰਚੇ 'ਤੇ ਬੈਠੇ ਆ, ਉਹਨਾਂ ਦੀ ਚੜ੍ਹਦੀ ਕਲਾ ਲਈ ਪਿੰਡਾਂ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾਓ। ਅਸੀਂ ਉਹਨਾਂ ਤੋਂ ਜਾਣੀ ਕਿ ਪ੍ਰਭਾਵਿਤ ਹੋ ਕੇ ਆਪਣੇ ਪਿੰਡ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਜੀ, ਨੌਜਵਾਨਾਂ ਨੇ ਮਿਲ ਕੇ। ਤੁਸੀਂ ਦਿੱਲੀ ਗਏ ਸੀ ਪਹਿਲਾਂ? ਹਾਂਜੀ ਜੀ, ਅਸੀਂ ਗਏ 26 ਤਰੀਕ ਨੂੰ ਵੀ ਗਏ ਸੀ, ਮੁੜ ਕੇ ਅਸੀਂ 1 ਤਰੀਕ ਨੂੰ ਵੀ ਗਏ ਸੀਗੇ। ਹਾਂਜੀ। ਕੀ ਲੱਗਦਾ ਕੀ ਪਿਆ ਹੁਣ ਮਾਹੌਲ ਤਾਂ ਦੇਖੋ ਜੀ, ਗੌਰਮੈਂਟ ਵੀ ਅੜੀ ਹੋਇਆ, ਕਿਸਾਨ ਵੀ ਅੜੇ ਜੀ ਆਪਣੇ ਦੀ। ਗੌਰਮੈਂਟ ਨੂੰ ਮੰਨਣਾ ਚਾਹੀਦਾ ਆ, ਨਹੀਂ ਤਾਂ ਨੁਕਸਾਨ ਹੋਊਗਾ ਗੌਰਮੈਂਟ ਦਾ, ਹੋਊ ਜਾਂ ਜ਼ਿਮੀਂਦਾਰਾਂ ਕਿਸਾਨਾਂ ਦਾ ਨੁਕਸਾਨ ਹੋਊਗਾ ਜੀ। ਜਿਹੜਾ ਇਹ ਐਡੀਨੈਸ ਜ਼ਿਮੀਂਦਾਰਾਂ ਲਈ ਆਇਆ, ਜੇ ਉਹਨਾਂ ਨੂੰ ਨਹੀਂ ਮਨਜ਼ੂਰ ਤੇ ਰੱਦ ਕਰਨਾ ਚਾਹੀਦਾ। ਜੇ ਸਾਡੇ ਲਈ ਆਇਆ, ਸਾਨੂੰ ਮਨਜ਼ੂਰ ਨਹੀਂ, ਤਾਂ ਉਹਨੂੰ ਤਾਂ ਰੱਦ ਕਰਨਾ ਚਾਹੀਦਾ ਗੌਰਮੈਂਟ ਨੂੰ। ਸਰਕਾਰ ਵੱਖਰੀਆਂ ਮੰਗਾਂ ਪੇਸ਼ ਕਰ ਰਹੀ ਹੈ। ਅੱਜ ਵੀ ਇੱਕ ਪ੍ਰਸਤਾਵ ਭੇਜ ਰਹੀ ਹੈ ਸਰਕਾਰ, ਉਹਦੇ ਵਿੱਚ 5 ਮੰਗਾਂ ਮੁੱਖ ਤੌਰ ਤੇ ਰੱਖੀਆਂ ਗਈਆਂ ਨੇ। ਲੱਗਦਾ ਕਿ ਸੋਧ ਕਰਨ ਨੂੰ ਸਰਕਾਰ ਤਿਆਰ ਹੈ, ਖੇਤੀ ਕਾਨੂੰਨ ਰੱਦ ਕਰੂ? ਦੇਖੋ ਜੀ, ਗੌਰਮੈਂਟ ਤਾਂ ਕਹਿੰਦੀ ਹੈ ਸੋਧ ਕਰਦੇ ਹਾਂ ਅਸੀਂ ਉਹਦੇ ਵਿੱਚ, ਪਰ ਜ਼ਿਮੀਂਦਾਰ ਕਹਿੰਦੇ ਯੈਸ ਜਾਂ ਨੋ, ਜਾਂ ਰੱਦ ਕਰੋ ਜਾਂ ਤੁਹਾਨੂੰ ਦੱਸੋ ਨਹੀਂ ਕਰਨਾ। ਰੱਦ ਹੋਣੀ ਚਾਹੀਦੀ ਹੈ ਜੀ। ਇੱਕ ਸਵਾਲ ਹੋਰ ਵੀ ਲੋਕ ਕਰਦੇ ਨੇ ਜਿਹੜੇ ਧਰਨਿਆਂ ਦੇ ਵਿੱਚ ਬੈਠੇ ਨੇ, ਕਹਿੰਦੇ ਨੇ ਕਿ ਕਿਸਾਨ ਆਗੂ ਕਹਿ ਦਿੰਦੇ ਨੇ ਯੈਸ ਜਾਂ ਨੋ, ਇਹ ਕਰਕੇ ਅਸੀਂ ਆ ਜਾਣਾ, ਪਰ ਫਿਰ ਵੀ 7-8 ਘੰਟੇ ਮੀਟਿੰਗ ਚੱਲ ਜਾਂਦੀ ਆ। ਇੰਨਾ ਲੰਬਾ ਸਮਾਂ ਕਿਉਂ ਲੱਗ ਜਾਂਦਾ? ਇਹ ਤਾਂ ਜੀ ਹੁਣ ਕਿਸਾਨ ਆਗੂ ਜਿਹੜੇ ਜਾਂਦੇ, ਅਸੀਂ ਤਾਂ ਨਹੀਂ ਗਏ, ਉਹਨਾਂ ਨੂੰ ਦੱਸ ਸਕਦੇ ਆ, ਪਰ ਉਹ ਉਹਨਾਂ ਨੂੰ ਸਮਝਾਉਂਦੇ ਆ ਜੀ ਕਿਸਾਨਾਂ ਨੂੰ। ਦੁਬਾਰਾ ਉਹੀ ਗੱਲਾਂ ਕਰਦੇ ਆ ਵੀ ਤੁਸੀਂ ਇੱਦਾਂ ਕਰੋ, ਇੱਦਾਂ ਹੋਊਗੀ। MSP ਬਹੁਤ ਚੀਜ਼ਾਂ ਦੇ ਉੱਪਰ ਆ ਜੀ। ਮੈਂ ਆਪ ਖੇਤੀ ਕਰਦਾ ਹਾਂ, ਮੇਰੇ ਕੋਲ 26-27 ਕਿੱਲੇ ਮੱਕੀ 'ਚ ਸੀਗੇ। ਅਸੀਂ ਮੱਕੀ ਜਿਹੜੀ ਵਧੀਆ ਮੱਕੀ ਆ ਐਨ ਪਿਓ, ਜਾਣੀ ਕਿ ਸੁੱਕੀ ਮੱਕੀ ਵੇਚੀ 1200 ਰੁਪਏ ਕੁਆਂਟਲ, 1200 ਨੂੰ ਕਿੱਲੋ, ਜਾਣੀ ਕਿ ਉਹ ਸਾਨੂੰ ਆਟਾ ਮਿਲਦਾ ਸਾਡੇ ਪਿੰਡ ਵਿੱਚ ਹੀ 45 ਰੁਪਏ ਕਿੱਲੋ ਦੁਬਾਰਾ। ਤਾਂ ਜੇ ਖੇਤੀ ਕਾਨੂੰਨ ਲਾਗੂ ਹੋ ਗਿਆ ਤਾਂ ਇਹ ਜਾਣੀ ਕਿ ਸਾਨੂੰ ਤਾਂ ਜਿਹੜਾ ਅਸਰ, ਸਾਡੇ ਦਾ ਜਿਹੜਾ ਅਸਰ ਪੈਣਾ ਹੀ ਹੈ, ਇਹ ਖਾਣ ਵਾਲੇ 'ਤੇ ਬਹੁਤ ਅਸਰ ਪਊਗਾ। ਜਿਹੜੀਆਂ ਇਹੀ ਚੀਜ਼ਾਂ ਦਾ ਡਰ ਹੈ ਉਹ ਹੁਣ ਕੇਂਦਰ ਸਰਕਾਰ ਦੂਰ ਕਰ ਰਹੀ ਹੈ। ਅੱਜ ਵੀ ਉਹਨਾਂ ਜਿਹੜਾ ਪ੍ਰਸਤਾਵ ਭੇਜਿਆ, ਉਹਨਾਂ ਕਿਹਾ ਕਿ MSP ਖਤਮ ਨਹੀਂ ਹੋਏਗੀ, ਇਹ ਪੱਕੀ ਰਹੇਗੀ, ਅਤੇ ਜਿਹੜੀਆਂ ਸਰਕਾਰੀ ਮੰਡੀਆਂ ਨੇ ਇਹਨਾਂ ਦੇ ਵਿੱਚ ਹੋਰ ਵੀ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਅੱਜ ਦੀ ਤਰੀਕ ਵਿੱਚ ਝੋਨਾ ਵਿਕਿਆ ਜੀ 1988 ਰੁਪਏ ਦਾ ਰੇਟ ਸੀਗਾ ਸਰਕਾਰੀ, ਅਤੇ ਉਹਦੇ ਉੱਪਰ 168 ਰੁਪਏ ਸਰਕਾਰੀ ਮੰਡੀ ਫੀਸ ਆ ਪੰਜਾਬ ਬੋਰਡ ਦੀ। ਪੰਜਾਬ ਮੰਡੀ ਬੋਰਡ ਨੂੰ 168 ਰੁਪਏ ਦੇਣੇ ਪੈਂਦੇ ਆ ਜਿਹੜਾ ਖਰੀਦਦਾ, ਚਾਹੇ ਖਰੀਦ ਏਜੰਸੀ ਸਰਕਾਰੀ ਆ ਚਾਹੇ ਪ੍ਰਾਈਵੇਟ ਖਰੀਦਦਾ ਕੋਈ। ਪਹਿਲੀ ਗੱਲ ਤਾਂ ਇਹ ਮੰਡੀ ਬੋਰਡ ਨੂੰ ਬਹੁਤ ਘਾਟਾ ਪਊਗਾ, ਇਹ ਬਾਹਰ ਪ੍ਰਾਈਵੇਟ ਮੰਡੀ ਹੋ ਗਈ। ਦੂਜਾ, ਉਹਦੇ ਵਿੱਚ ਦੱਸਿਆ ਉਹਨਾਂ ਨੇ ਵੀ ਜਿਹੜਾ ਮੰਡੀ ਬੋਰਡ ਨੂੰ ਵੇਚੂਗਾ ਜ਼ਿਮੀਂਦਾਰ, ਉਹਨੂੰ 8% ਟੈਕਸ ਲੱਗੂਗਾ ਉੱਤੇ, ਤਾਂ ਜਿਹੜਾ ਬਾਹਰਲੀ ਮੰਡੀ 'ਚ ਵੇਚੂਗਾ ਪ੍ਰਾਈਵੇਟ ਮੰਡੀ 'ਚ, ਉਹਨੂੰ 1% ਟੈਕਸ ਲੱਗੂਗਾ। ਜ਼ਿਮੀਂਦਾਰ ਨੂੰ ਲਾਲਚ ਦਊਗੇ ਉਹ, ਵੀ ਜ਼ਿਮੀਂਦਾਰ ਕਹੂਗਾ ਮੈਂ 8% ਕਾਹਦੇ ਟੈਕਸ ਲੈਣਾ, ਮੈਂ 1% ਟੈਕਸ ਦੇ ਕੇ ਬਾਹਰ ਵੇਚੂੰਗਾ। ਪਰ ਫਿਰ ਥੋੜ੍ਹੇ ਚਿਰ ਬਾਅਦ, 1-2 ਸਾਲ ਬਾਅਦ, ਉਹਨਾਂ ਨੇ ਅੰਦਰਲੀ ਮੰਡੀ ਜਿਹੜੀ ਸਰਕਾਰੀ ਮੰਡੀ ਉਹ ਬੰਦ ਹੋ ਜੂਗੀ। ਪ੍ਰਾਈਵੇਟ ਮੰਡੀ ਵਿੱਚ ਜੋ ਸਾਡੇ ਨਾਲ ਹੁਣ ਹੁੰਦਾ ਫਿਰ ਉਹੀ ਹੋਊਗਾ। ਅਸੀਂ ਬਾਸਮਤੀ ਵੇਚਦੇ ਹਾਂ, ਅੱਜ 300 ਰੁਪਈਆ 3000 ਰੁਪਈਆ ਰੇਟ ਹੈ ਕੁਆਂਟਲ ਦਾ, ਅਤੇ ਸਾਨੂੰ 100 ਰੁਪਏ ਕਿੱਲੋ ਚੌਲ ਦੁਆਰਾ ਮਿਲਦੇ ਉਹੀ। ਅਸੀਂ ਮੱਕੀ ਦੀ ਸੌਖੀ ਜਿਹੀ ਗੱਲ ਹੈ, ਅਸੀਂ ਮੱਕੀ 1200 ਨੂੰ ਕੁਆਂਟਲ ਵੇਚ ਕੇ ਆਏ ਹਾਂ। ਸਾਡੇ ਪਿੰਡ 'ਚ ਹੀ ਹੱਟ ਲੈਣੀਆਂ ਨੇ, ਸਾਨੂੰ 45 ਰੁਪਏ ਕਿੱਲੋ ਆਟਾ ਮਿਲਦਾ, 4500 ਨੂੰ ਕੁਆਂਟਲ ਹੋ ਗਿਆ। ਯਾਨੀ ਕਿ ਜੇ ਖਰਚਾ ਦੇਖੀਏ ਉਹਦਾ 2-3 ਰੁਪਏ ਹੋਣਾ ਪੀਸਣ ਦੇ ਖਰਚਾ ਮੱਕੀ 'ਤੇ, ਬਾਕੀ ਤੁਸੀਂ ਦੇਖ ਲਓ ਕਿੰਨੇ ਗੁਣਾ ਵਧਿਆ ਉਹ। ਬਿਲਕੁਲ ਇਹ ਡਰ ਜਾਇਜ਼ ਨੇ, ਇਸੇ ਕਰਕੇ ਜਿਹੜੇ ਨੇ ਉਹ ਹੁਣ ਸਰਕਾਰ ਵੀ ਥੋੜ੍ਹੀ ਝੁਕਦੀ ਨਜ਼ਰ ਆ ਰਹੀ ਹੈ। ਬਾਈ ਜੀ, ਅੱਜ ਅਖੰਡ ਪਾਠ ਸਾਹਿਬ ਆਰੰਭ ਹੋਇਆ, ਇਹ ਕਮੇਟੀ ਦੇ ਵੱਲੋਂ ਆਰੰਭ ਕਰਵਾਇਆ ਗਿਆ ਕਿ ਜਾਂ ਨੌਜਵਾਨਾਂ ਮਿਲ ਕੇ ਕਰਵਾਇਆ? ਇਹ ਸਾਰੇ ਪਿੰਡ ਦੇ ਨੌਜਵਾਨ ਨਗਰ ਸਾਰਿਆਂ ਨੇ ਮਿਲ ਕੇ ਕਰਾਇਆ ਜੀ। ਹਾਂਜੀ, ਅਸੀਂ ਸ਼ਾਮ ਨੂੰ ਦਿੱਲੀ ਜਾ ਰਹੇ ਸੀਗੇ, ਪਹਿਲਾਂ ਅਸੀਂ ਕਿਸਾਨਾਂ ਦੇ ਮੋਰਚੇ 'ਤੇ ਜਾ ਰਹੇ ਸੀਗੇ, ਅਤੇ ਫਿਰ ਸਾਡੇ ਸਾਰੇ ਨੌਜਵਾਨਾਂ ਨੇ ਮਿਲ ਕੇ ਸਲਾਹ ਕੀਤੀ ਵੀ ਉੱਥੋਂ ਵੀ ਹੁਕਮ ਆਇਆ ਸੀਗਾ, ਫਿਰ ਇਸ ਕਰਕੇ ਅਸੀਂ ਰਾਤੀ ਸਲਾਹ ਕਰਕੇ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਜੀ। ਹਾਂਜੀ, ਬੜਾ ਮਸ਼ਹੂਰ ਕੀਤਾ ਗਿਆ ਸੀ ਪੰਜਾਬ ਨੂੰ ਉੱਡਦਾ ਪੰਜਾਬ ਦੇ ਨਾਂ ਤੋਂ, ਹੁਣ ਉਹ ਉੱਡਦਾ ਪੰਜਾਬ ਕਿੱਥੇ ਆ? ਇਹ ਨਜ਼ਰ ਨਹੀਂ ਆਉਂਦਾ। ਹੁਣ ਇਹ ਕੋਈ ਨੌਜਵਾਨ ਹੋਰ ਹੀ ਨੇ? ਇਹ ਦੇਖ ਲਓ ਜੀ, ਤੁਹਾਡੇ ਸਾਹਮਣੇ ਹੀ ਆ, ਨੌਜਵਾਨ ਸਾਰੇ ਗਏ ਦਿੱਲੀ। ਉਹਨੂੰ ਮੋਦੀ ਨੂੰ ਵਹਿਮ ਸੀਗਾ ਵੀ ਸਾਰੇ ਨਸ਼ੇੜੀ ਆ,
ਜਾਂ ਕੁਛ ਵੀ ਆ, ਦੇਖ ਲਓ ਸਾਰੇ 6-6 ਫੁੱਟੇ ਖੜੇ ਤੁਹਾਡੇ ਸਾਹਮਣੇ ਹੀ ਆ। ਇਦਾਂ ਦੇ ਸਾਰੇ ਨੌਜਵਾਨ ਉੱਥੇ ਗਏ ਹੋ ਆ, ਚੜ੍ਹਦੀ ਕਲਾ ਵਾਲੇ ਸਿੰਘ ਸਾਰੇ ਖੜੇ ਆ ਉੱਥੇ ਆਪਣੇ। ਅੱਛਾ, ਤੁਸੀਂ ਵੀ 2-3 ਵਾਰ ਦਿੱਲੀੋਂ ਹੋਏ ਹੋ, ਜਦੋਂ ਪਿੰਡ ਵਾਪਸ ਆਉਂਦੇ ਹੋ ਤੇ ਪਿੰਡਾਂ ਦੇ ਵਿੱਚ ਮਾਹੌਲ ਕਿਦਾਂ ਦਾ? ਪਿੰਡ ਦੇ ਲੋਕ ਕੀ ਕਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਡਟੇ ਰਹੋ ਜਾਂ ਸੋਧ ਕਰ ਲਓ? ਪਿੰਡਾਂ ਦੇ ਲੋਕਾਂ ਦੇ, ਆਮ ਲੋਕਾਂ ਦੇ ਵਿਚਾਰ ਕੀ ਨੇ? ਪਿੰਡ ਦੇ ਲੋਕ ਤਾਂ ਭਾਈ ਆਪਣਾ ਸਹਿਯੋਗ ਹੀ ਦਿੰਦੇ ਆ, ਆਪਣੇ ਹੁਣ ਨਿਆਣੇ ਵੀ ਸਾਰੇ ਖੜੇ ਆ, ਇਹ ਵੀ ਕਹਿਣ ਡੇ ਅਸੀਂ ਜਾਣਾ ਹੁਣ, ਸਾਰਿਆਂ ਨੂੰ ਅਸੀਂ ਕਹਿਣ ਡੇ ਚਲੋ ਰਹਿਣ ਦਿਓ, ਤੁਸੀਂ ਹਲੇ ਛੋਟੇ ਆ, ਪਰ ਇਹ ਸਾਰੇ ਤਿਆਰ ਆ ਹੁਣ ਜਾਣ ਨੂੰ। ਸਾਰੇ ਘਰ ਦੇ ਵੀ ਹੁਣ ਤਾਂ ਸਾਰਿਆਂ ਦੇ ਤਿਆਰ, ਕਹਿੰਦੇ ਵੀ ਜਾਓ, ਉੱਥੇ ਜਾ ਕੇ ਆਉਣਾ ਚਾਹੀਦਾ ਆ। ਬਾਹਰੋਂ ਵੀ ਫੋਨ ਆਉਂਦੇ NRIਆਂ ਦੇ, ਸਹਿਯੋਗ ਦਿੰਦੇ ਪੂਰਾ ਸਾਡਾ, ਇਸ ਕਰਕੇ ਸਾਰੇ ਜਾਣ ਨੂੰ ਤਿਆਰ ਹੀ ਆ। ਬਾਈ ਜੀ, ਤੁਹਾਨੂੰ ਕੀ ਲੱਗਦਾ ਕਿ ਸੋਧ ਹੋ ਜਾਣੀ ਚਾਹੀਦੀ ਹੈ ਕਿ ਜਾਂ ਕਾਨੂੰਨ ਰੱਦ ਹੀ ਹੋਣੇ ਚਾਹੀਦੇ ਨੇ? ਭਾਈ ਕਾਨੂੰਨ ਰੱਦ ਹੀ ਹੋਣੇ ਚਾਹੀਦੇ ਆ, ਸੋਧ ਨਾਲ ਤਾਂ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ। ਇਹ ਕਾਲੇ ਕਾਨੂੰਨ ਆ ਜਿਹੜੇ ਰੱਦ ਹੀ ਹੋਣੇ ਚਾਹੀਦੇ ਆ। ਇਹ ਰੱਦ ਹੋਣਗੇ ਤਾਂ ਕਿਸਾਨ ਬਚੂਗਾ, ਸੋਧਾਂ ਨਾਲ ਨਹੀਂ ਬਚੂਗਾ। ਤੁਸੀਂ ਕਹਿ ਰਹੇ ਸੀ ਭਾਜੀ ਜੇ ਮੋਦੀ ਨੇ ਕੁਛ ਕਰਨਾ ਹੀ ਆ ਤੇ ਸਾਨੂੰ ਡੀਜ਼ਲ ਸਸਤਾ ਕਰ ਦੇਵੇ। ਬਾਹਰਲੇ ਮੁਲਕਾਂ ਦੀ ਗੱਲ ਕਰਦਾ ਆ, ਸਾਨੂੰ ਡੀਜ਼ਲ ਦਾ ਰੇਟ ਹੁਣ ਫੇਰ 3 ਰੁਪਏ ਚੱਕਤਾ ਆ, ਠੀਕ ਨਹੀਂ? ਕਿਸਾਨ ਮਾਰਨ ਦੀ ਗੱਲ ਆ ਇਹ। ਡਾਇਆ ਤਾਂ ਸਾਡੇ ਲਈ ਮਹਿੰਗੀ ਆ, ਯੂਰੀਆ ਮਹਿੰਗੀ ਆ, ਸਪਰੇਹਾਂ ਮਹਿੰਗੀਆਂ ਆ, ਠੀਕ ਆ ਜੀ। ਜੇ ਇਹਨਾਂ ਨੇ ਸਾਡੇ ਲਈ ਕੁਛ ਕਰਨਾ ਹੀ ਸੀਗਾ ਤੇ ਡੀਜ਼ਲ ਦਾ ਰੇਟ ਸਾਨੂੰ ਕਿਸਾਨਾਂ ਲਈ ਸਬਸਿਡੀ ਚਾਹੀਦੀ ਆ। ਜਿੱਦਾਂ ਦਾ ਧਰਨਾ ਲੱਗਾ 3-4 ਰੁਪਏ ਰੇਟ ਹੋਰ ਚੱਕ ਦਿੱਤਾ ਇਹਨਾਂ ਨੇ, ਹਨਾ। ਤੇ ਜੇ ਇਹਨਾਂ ਨੇ ਸਾਡੇ ਲਈ ਕੁਛ ਸੋਚਣਾ ਹੀ ਸੀਗਾ, ਜਿੱਦਾਂ ਕਿਸਾਨਾਂ ਲਈ ਬਾਹਰਲੇ ਮੁਲਕਾਂ ਵਿੱਚ ਡੀਜ਼ਲ ਵੱਖਰਾ ਆ, ਸਾਡੇ ਲਈ ਵੀ ਕੁਛ ਕਰਨ, ਡੀਜ਼ਲ ਦੇ ਸਬਸਿਡੀ ਹੋਵੇ, ਸਾਨੂੰ 30-32 ਰੁਪਏ ਮਿਲੇ, ਅਸੀਂ ਵੀ ਗਾਹਾਂ ਕਿਸੇ ਨੂੰ ਦਈਏ। ਮਜ਼ਦੂਰ ਲਈ ਵੀ ਰੋਟੀ ਸਸਤੀ ਹੋਵੇ, ਸਾਡੇ ਗਾਹਾਂ ਕੰਮ ਕਰਨ ਲਈ ਵੀ ਵਧੀਆ ਆਉਣਗੇ, ਉਹ ਵੀ ਸਸਤਾ, ਉਹਨਾਂ ਨੂੰ ਵੀ ਸਸਤਾ ਪਊਗਾ, ਸਾਨੂੰ ਵੀ ਵਧੀਆ ਰਹੂਗਾ। ਬਿਲਕੁਲ, ਹੁਣ ਤਾਂ ਹੀ ਇੱਕ ਆਵਾਜ਼ ਉੱਠ ਰਹੀ ਹੈ, ਕਹਿੰਦੇ ਜੇਕਰ ਕਿਸਾਨਾਂ ਦੇ ਵਿੱਚੋਂ ਤੁਸੀਂ ਵਿਚੋਲੀਏ ਬਾਹਰ ਕੱਢ ਰਹੇ ਹੋ ਤਾਂ ਡੀਜ਼ਲ ਦੇ ਵਿੱਚੋਂ ਵੀ, ਪੈਟਰੋਲ ਦੇ ਵਿੱਚੋਂ ਵੀ ਵਿਚੋਲੀਏ ਬਾਹਰ ਕੱਢੋ। ਤੁਹਾਨੂੰ ਲੱਗਦਾ ਕਿ ਜੇਕਰ ਵਿਚੋਲੀਏ ਬਾਹਰ ਨਿਕਲਦੇ ਨੇ ਤਾਂ ਰੇਟ ਅੱਧਾ ਆ ਜਾਏਗਾ? ਭਾਜੀ ਡੀਜ਼ਲ ਦਾ ਤੁਸੀਂ ਹੁਣ ਪੰਪ ਦੇਖ ਲਓ, ਰਿਲਾਇੰਸ ਦੇ ਕਿਹਨਾਂ ਦੇ ਆ? ਤੇ ਇਹ ਤਾਂ ਸਾਰੇ ਵੱਡੀਆਂ ਘਰਾਣਿਆਂ ਦੇ ਹੀ ਆ ਜੀ। ਕੋਈ ਛੋਟਾ ਬੰਦਾ ਤਾਂ ਹੈ ਨਹੀਂਗਾ, ਆਪਣਾ ਕਿਸਾਨ ਤਾਂ ਹੈ ਨਹੀਂਗਾ ਕੋਈ ਪੰਪਾਂ ਵਾਲਾ ਵੀ ਜਿਹੜਾ ਤੇਲ ਸਸਤਾ ਹੋ ਜਾਊਗਾ। ਇਹ ਤਾਂ ਸਾਰੇ ਲਾਲਚ ਦੇਣ ਡਏ ਆ ਹੁਣ ਵੀ ਇੱਦਾਂ ਹੋ ਜਾਊਗਾ, ਉੱਦਾਂ ਹੋ ਜਾਊਗਾ। ਸਾਡੀ ਮੱਕੀ ਦਾ ਰੇਟ ਤਾਂ ਇਹਨਾਂ ਤੋਂ ਹਲੇ ਤੱਕ ਹੋਇਆ ਨਹੀਂਗਾ, ਹਨਾ। ਆਲੂ ਸਾਡੇ ਰੁਣ ਡਏ ਆ, ਠੀਕ ਨਹੀਂ? ਸਾਡਾ ਸਾਰੀ ਕਿਸਾਨੀ ਰੁਣ ਡਈ ਆ। ਆਲੂਆਂ ਦਾ ਰੇਟ ਇਸ ਵਾਰੀ ਬਣਿਆ ਸੀਗਾ, ਫੇਰ ਹੁਣ ਘਟ ਗਿਆ ਆ, ਉਹਨੂੰ ਨਹੀਂ ਕੋਈ ਖਰੀਦ ਰਿਹਾ। ਮੱਕੀ ਅਸੀਂ ਤੁਹਾਡੇ ਸਾਹਮਣੇ ਮੀਂਹ ਦੇ ਵਿੱਚ ਅਸੀਂ ਰੁਲਦੀ ਛੱਡ ਕੇ ਆਉਂਦੇ ਆ, 700-800 ਰੁਪਈਆ, ਬਾਅਦ 'ਚ ਉਹੀ ਮੱਕੀ 4500 ਨੂੰ ਹੋ ਜਾਂਦੀ ਆ। ਹੁਣ ਬਾਸਮਤੀ ਸਾਡੀ 1100 ਨੂੰ ਜਾਂ 2100 ਨੂੰ ਜਾਂ 3000 ਨੂੰ ਵਿਕਦੀ ਆ, ਉਹੀ ਚੌਲ 100 ਰੁਪਈਏ ਆ। ਜੇ ਨਹੀਂ ਕਰਨਾ ਹੀ ਆ, ਜੇ 740 ਰੁਪਈਏ ਆਪਣੇ ਲੈ ਕੇ 3000 ਨੂੰ ਲੈ ਕੇ 30 ਰੁਪਈਏ ਲੈ ਕੇ ਮੋਹਰੇ ਵੀ ਵੇਚਣ ਨਾ, 40 ਰੁਪਈਏ ਦੇਣ ਕਿਸੇ ਨੂੰ ਜਾਂ 35 ਦੇਣ, ਜੋ ਖਰਚਾ ਆ, ਜਿਹੜੇ ਮਾੜੇ ਮਜ਼ਦੂਰ ਆ ਜਾਂ ਕੁਛ ਵੀ ਆ ਆਪਣੇ 'ਚ, ਉਹਨਾਂ ਨੂੰ ਵੀ ਰੋਟੀ ਟੁੱਕ ਵਧੀਆ ਚੱਲੇ ਉਹਨਾਂ ਦਾ, ਹਨਾ। ਹੁਣ 100 ਰੁਪਏ ਕਿਲੋ ਲੈ ਕੇ ਭਾਜੀ 400 ਦਿਹਾੜੀ ਵਾਲਾ ਕਿੱਥੇ ਡੰਗ ਸਾਰਦਾ, ਤੁਹਾਨੂੰ ਵੀ ਪਤਾ ਹੀ ਆ। ਆਪੇ ਮਹਿੰਗਾਈ ਹੋਣੀ ਆ, ਆਪਾਂ ਨੂੰ ਨਾ ਕੋਈ ਮਜ਼ਦੂਰ ਮਿਲਦਾ, ਨਾ ਲੈਣ ਨਾ ਦੇਣ, ਹਨਾ। ਸਾਰੀ ਗਰੀਬੀ ਵੱਧ ਰਹੀ ਆ। ਜਿਹੜੇ ਵੀ ਆਪਣੇ ਬਾਕੀ ਆ ਉੱਚੇ ਘਰਾਣੇ ਆ, ਉਹ ਉੱਤੇ ਜਾਈ ਜਾਂਦੇ ਆ। ਜਿਹੜਾ ਮਾੜਾ ਮਜ਼ਦੂਰ ਆ ਜਾਂ ਮਾੜਾ ਕਿਸਾਨ ਆ, ਉਹ ਥੱਲੇ ਜਾਈ ਜਾਂਦਾ ਆ, ਠੀਕ ਨਹੀਂ? ਬਿਲਕੁਲ, ਇਹ ਜਿਹੜੀਆਂ ਗੱਲਾਂ ਹੁਣ ਵੀਰ ਹੁਣੀ ਕਹਿ ਰਹੇ ਨੇ, ਕਿਉਂਕਿ ਇਹ ਕਿਸਾਨ ਪਹਿਲਾਂ ਹੀ ਗੱਲਾਂ ਕਹਿ ਰਹੇ ਸੀ ਕਿ ਇਹ ਚੀਜ਼ਾਂ ਹੋਣਗੀਆਂ, ਪਰ ਉਦੋਂ ਕੇਂਦਰ ਸਰਕਾਰ ਨਹੀਂ ਸੀ ਮੰਨਦੀ। ਕੇਂਦਰ ਸਰਕਾਰ ਕਹਿੰਦੀ ਸੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਹੁਣ ਉਹੀ ਕੇਂਦਰ ਸਰਕਾਰ ਹੈ ਜਿਹੜੀ ਇਹਨਾਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਜਾਇਜ਼ ਠਹਿਰਾ ਰਹੀ ਹੈ ਤੇ MSP ਵਗੈਰਾ ਤੇ ਜਿਹੜੀਆਂ ਸੋਧਾਂ ਕਰਨ ਨੂੰ ਤਿਆਰ ਹੋਈ ਪਈ ਹੈ। ਬਾਈ ਜੀ, ਲੱਗਦਾ ਕਿ ਸੰਘਰਸ਼ ਹੋਰ ਲੰਬਾ ਜਾਵੇਗਾ ਕਿ ਜਾਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਜੈਸ ਜਾਂ ਨੋ ਹੋ ਜਾਵੇਗੀ? ਦੇਖੋ ਜੀ, ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਕਿਸਾਨਾਂ ਦੀਆਂ, ਤੇ ਸੰਘਰਸ਼ ਹੋ ਸਕਦਾ 6 ਮਹੀਨੇ ਵੀ ਚੱਲੇ ਤਾਂ ਸਾਲ ਵੀ ਚੱਲੇ। ਲਗਾਤਾਰ ਡਟੇ ਰਹਿਣਗੇ ਤੇ ਅੱਗੇ ਤੋਂ ਵੀ ਪੂਰਾ ਸਾਥ ਦੇਵਾਂਗੇ ਅਸੀਂ ਕਿਸਾਨਾਂ ਦਾ। ਤੇ ਪਿੱਛੇ ਜਿੱਦਾਂ ਮੋਰਚੇ ਲੱਗੇ ਹੋਏ ਨੇ, ਧਰਨੇ ਜਿਹੜੇ ਦਿੱਤੇ ਜਾ ਰਹੇ ਨੇ, ਰਿਲਾਇੰਸ ਦੇ ਪੰਪ ਘੇਰੇ ਹੋਏ ਨੇ ਜਾਂ ਟੋਲ ਪਲਾਜ਼ੇ ਘੇਰੇ ਹੋਏ ਨੇ, ਇਹ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ? ਹਾਂਜੀ ਬਿਲਕੁਲ ਜੀ, ਜਾਰੀ ਰਹਿਣਗੇ ਜੀ ਇੱਦਾਂ ਹੀ। ਇਹ ਜਿਹੜਾ ਵੀ ਸਾਡਾ ਨੈਸ਼ਨਲ ਮੀਡੀਆ ਆ, ਸਾਨੂੰ ਕਿਸਾਨਾਂ ਨੂੰ ਖਾਸਾ ਨਹੀਂ ਦੱਸਦਾ ਆ, ਜੋ ਕਿ ਇਹਨਾਂ ਦੀ ਬਹੁਤ ਵੱਡੀ ਗਲਤੀ ਆ। ਕਿਸਾਨ ਆਪਣਾ ਹੱਕ ਲੈਣ ਦਿੱਲੀ ਗਏ ਆ, ਨਾ ਕਿ ਕੋਈ ਹੋਰ ਲੜਾਈ ਝਗੜਾ ਕਰਨ ਗਏ ਆ। ਜਿੰਨਾ ਵੀ ਨੈਸ਼ਨਲ ਮੀਡੀਆ ਸਾਨੂੰ ਖਾਲਸਾ ਨਹੀਂ ਦੱਸਦਾ ਆ, ਪਰ ਇਹ ਅਸੀਂ ਨਿੰਦਾ ਕਰਦੇ ਇਹਨਾਂ ਗੱਲਾਂ ਦੀ ਵੀ ਇਹ ਕਿਸਾਨ ਆ, ਸਾਡੇ ਦੇਸ਼ ਦੇ ਆ, ਤੇ ਇਹਨਾਂ ਨੂੰ ਆਪਣਾ ਮੰਗਾਂ ਹੱਕ ਦੇਣੇ ਚਾਹੀਦੇ ਇਹਨਾਂ ਨੂੰ। ਹੁਣ ਸਰਕਾਰ ਥੋੜ੍ਹੀ ਝੁਕਦੀ ਨਜ਼ਰ ਆ ਰਹੀ ਹੈ। ਗੱਲਾਂ ਇਹ ਵੀ ਹੁੰਦੀਆਂ ਨੇ ਕਿ ਕੁਝ ਕਿਸਾਨਾਂ ਨੂੰ ਝੁਕਣਾ ਪਵੇਗਾ, ਕੁਝ ਸਰਕਾਰ ਨੂੰ ਝੁਕਣਾ ਪਵੇਗਾ, ਤਾਂ ਹੀ ਇਹਦਾ ਹੱਲ ਨਿਕਲੇਗਾ। BJP ਦੇ ਲੀਡਰ ਵੀ ਕਹਿ ਰਹੇ ਨੇ ਕਿ ਸਰਕਾਰ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਆ, ਪਰ ਕਿਸਾਨ ਇੱਕ ਜਿੱਦ ਛੱਡ ਦੇਣ ਕਿ ਖੇਤੀ ਕਾਨੂੰਨ ਜਿਹੜੇ ਰੱਦ ਨਾ ਕਰਵਾਓ, ਇਹਦੇ ਵਿੱਚ ਸੋਧ ਜਿੰਨੀ ਹੋਣੀ ਚਾਹੀਦੀ ਹੈ ਉਹ ਕਰਵਾ ਲਓ। ਸਾਡੇ ਬਜ਼ੁਰਗ ਜਿਹੜੇ ਨੇ ਉੱਥੇ ਡਟੇ ਹੋਏ ਨੇ, ਅਗਵਾਈ ਕਰ ਰਹੇ ਨੇ। ਨੌਜਵਾਨੀ ਸੋਚ ਕੀ ਕਹਿੰਦੀ ਹੈ ਕਿ ਸੋਧ ਹੋਣੀ ਚਾਹੀਦੀ ਹੈ ਜਾਂ ਨਹੀਂ? ਭਾਜੀ ਜਿਹੜੇ ਇਹ ਸੋਧ ਦੀ ਗੱਲ ਕਰਦੇ ਆ ਨਾ, ਸੋਧ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹ ਤਾਂ ਕਹਿੰਦੇ ਟੋਟਲੀ ਰੱਦ ਹੋਣੇ ਚਾਹੀਦੇ ਆ ਜਿਹੜੇ ਕਾਨੂੰਨ ਇਹ, ਕਿਉਂਕਿ ਜਿਹੜੀ MSP ਦੀ ਗੱਲ ਕਰਦੇ ਆ, ਨਰਿੰਦਰ ਮੋਦੀ ਵਾਰ-ਵਾਰ ਇਹ ਕਹਿੰਦਾ ਵੀ ਜਿਹੜੀ MSP ਅੱਜ ਦੇ ਲਾਗੂ ਰਹੂਗੀ। ਪੰਜਾਬ ਦੇ ਵਿੱਚ ਸਿਰਫ 2 ਹੀ ਫਸਲਾਂ ਸਰਕਾਰੀ ਰੇਟ ਤੇ ਵਿਕਦੀਆਂ, ਇੱਕ ਝੋਨਾ ਤੇ ਇੱਕ ਕਣਕ। ਬਾਕੀ ਕੋਈ ਵੀ ਜਿਹੜੀ ਫਸਲ ਆ, ਮੱਕੀ ਆ, ਬਾਸਮਤੀ ਆ, ਚਾਹੇ ਕੋਈ ਵੀ ਹੋਰ ਫਸਲ ਆ, ਸਭ ਪ੍ਰਾਈਵੇਟ ਖਰੀਦਦੇ ਆ।
ਮੱਕੀ ਦਾ ਸਰਕਾਰੀ ਰੇਟ 1900 ਰੁਪਈਆ ਆ, ਤੇ ਜਿਹੜੇ ਉਹ ਵਿਕਦੀ ਪਰ ਸਦਾ ਹੀ ਪ੍ਰਾਈਵੇਟ ਆ, ਕਦੀ 500 ਨੂੰ ਵਿਕਦੀ ਆ, ਕਦੀ 1200 ਨੂੰ ਆ, ਕਦੀ 1000 ਨੂੰ ਆ, ਬਸ ਇਦਾਂ ਵਿਕਦੀ ਆ, ਕਦੀ ਸਰਕਾਰੀ ਰੇਟ ਤੇ ਕਦੀ ਨਹੀਂ ਵਿਕੀ। ਇਹ ਸਿਰਫ ਇਹਨਾਂ ਦੇ ਜੁਮਲੇ ਆ ਜੀ, ਇਹ ਕਿਸਾਨਾਂ ਨੂੰ ਭਰਮਾਉਣਾ ਚਾਹੁੰਦੇ ਆ ਵੀ ਇੱਕ ਵਾਰੀ ਇਹ ਸੰਘਰਸ਼ ਤੋਂ ਪਿੱਛੇ ਹਟ ਜਾਣ, ਇੱਕ ਵਾਰ ਇੱਥੋਂ ਚੱਲ ਜਾਣ, ਵੀ ਮੁੜ ਕੇ ਅਸੀਂ ਇਕੱਠੇ ਹੋਣ ਹੀ ਨਹੀਂ ਦੇਣੇ। ਹੁਣ ਵੀ ਇਹ ਸਾਜ਼ਿਸ਼ਾਂ ਚੱਲਦੀਆਂ ਇਹਨਾਂ ਦੀਆਂ। ਕੱਲ ਅੱਧੀਆਂ ਕਿਸਾਨ ਬੰਦੀਆਂ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਆਈਆਂ, ਉਹ ਇਹ ਸਭ ਕੁਝ ਦਾ ਨਤੀਜਾ ਕੱਢਣਾ ਚਾਹੁੰਦੇ ਵੀ ਇਹ ਕਿਸੇ ਤਰ੍ਹਾਂ ਆਪਸ ਵਿੱਚ ਹੀ ਪਟ ਜਾਣ ਤੇ ਵੀ ਇਹਨਾਂ ਦਾ ਸੰਘਰਸ਼ ਫੇਲ ਹੋ ਜਾਏ। ਪਰ ਜਿਹੜੇ ਆਪਣੇ ਨੌਜਵਾਨ ਆ, ਆਪਣੇ ਬਜ਼ੁਰਗ ਆ, ਉੱਥੇ ਡਟੇ ਹੋਏ ਆ, ਉਹ ਸਾਰੀਆਂ ਇਹਨਾਂ ਗੱਲਾਂ ਤੋਂ ਜਾਣੂ ਇਹਨਾਂ ਦੀਆਂ ਤੋਂ, ਤੇ ਉਹ ਏਕਤਾ ਦਾ ਸਬੂਤ ਦੇ ਰਹੇ ਆ ਤੇ ਅੱਗੇ ਵੀ ਦਿੰਦੇ ਰਹਿਣਗੇ ਤੇ ਇਹ ਕਾਨੂੰਨ ਰੱਦ ਕਰਾ ਕੇ ਹਟਣਗੇ। ਬਿਲਕੁਲ ਬਾਈ ਜੀ, ਇੱਕ ਚੀਜ਼ ਹੋਰ ਆ, ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਇਕੱਠਾ ਨਜ਼ਰ ਆ ਰਿਹਾ, ਨੌਜਵਾਨ ਇਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਤੁਰੇ ਹੋਏ ਨੇ, ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਇਹੀ ਚੀਜ਼ਾਂ ਜਦੋਂ ਵੋਟਾਂ ਆਉਂਦੀਆਂ ਨੇ ਜਾਂ ਇਲੈਕਸ਼ਨ ਜਦੋਂ ਹੁੰਦੀ ਹੈ, ਜੇ ਉਦੋਂ ਇਹੋ ਜਿਹੀ ਇਕਜੁੱਟਤਾ ਦਿਖ ਜੇ ਤਾਂ ਸਰਕਾਰਾਂ ਅਜਿਹੇ ਧੱਕੇ ਨਾਲ ਕਾਨੂੰਨ ਥੋਪਣ ਹੀ ਨਾ? ਭਾਜੀ ਗੱਲ ਤਾਂ ਤੁਹਾਡੀ ਸਹੀ ਆ, ਪਰ ਤੁਹਾਨੂੰ ਵੀ ਪਤਾ ਆ ਕਿ ਬਾਦਲ ਦੀਆਂ ਜਾਂ ਕੈਪਟਨ ਦੀਆਂ ਵੋਟਾਂ ਆਪਣੀਆਂ ਬਜ਼ੁਰਗ ਪਹਿਲੇ ਪੱਕੇ ਹੀ ਸੀ। ਪਹਿਲਾਂ ਅਕਾਲੀ ਦਲ ਆ, ਅਸੀਂ ਫਲਾਨਾ ਆ, ਧਮਕਾਨਾ ਆ, ਹਨਾ, ਇਹ ਆਪਣੇ ਚੱਲਦਾ ਹੀ ਆ ਰਿਹਾ, ਹਨਾ। ਹੁਣ ਆਪਾਂ ਇਕੱਲਾ ਮੋਦੀ ਨੂੰ ਨਹੀਂ ਕਹਿ ਸਕਦੇ ਕਿ ਮੋਦੀ ਗਲਤ ਆ, ਉਦੋਂ ਕੈਪਟਨ ਨੂੰ ਨਹੀਂ ਸੁੱਤੇ ਸੀਗੇ ਜਦੋਂ ਉਹਨੇ ਬਿੱਲ ਪਾਸ ਕੀਤੇ ਆ, ਹਨਾ। ਕੱਲ ਅਸੀਂ PAP ਗਏ ਆ, ਉੱਥੇ ਵੀ ਪਾਣੀ ਦੀਆਂ ਬੁਛਾਰਾਂ ਲਿਆ ਕੇ ਬੱਸਾਂ ਖੜੀਆਂ ਸੀ। ਜੇ ਆਪਾਂ ਦਿੱਲੀ ਨੂੰ ਕਹਿਣ ਦੇ ਸੈਂਟਰ ਦੀ, ਆਪਣੇ ਪੰਜਾਬ ਸਰਕਾਰ ਵੀ ਇਹੀ ਗੱਲ ਕਰਨ ਡਈ ਆ। ਮੋਰੇ ਸਾਨੂੰ ਆਰਮੀ ਨੇ ਉੱਥੇ ਰੋਕਿਆ, ਪਹਿਲਾਂ ਅਸੀਂ ਕੱਲ ਰੈਲੀ ਕੱਢੀ ਇੱਥੋਂ, ਪੰਜਾਬ ਬੰਦ ਸੀਗਾ, ਤੇ ਉੱਥੇ ਵੀ ਸਾਨੂੰ ਮੋਰੇ ਪੂਰਾ ਐਨ ਦਿੱਤਾ ਉਹਨਾਂ ਨੇ, ਪਾਣੀ ਦੀਆਂ ਬੁਛਾਰਾਂ ਦੀਆਂ ਬੱਸਾਂ ਖੜੀਆਂ ਸੀ। ਅਸੀਂ ਕਿਹੜਾ ਕੁਛ ਉੱਥੇ ਕਰਨ ਗਏ ਸੀ ਜਾਂ ਕੁਛ ਵੀ ਲੜਨ ਗਏ ਸੀ ਨਾ, ਠੀਕ ਨਹੀਂ। ਇਸ ਕਰਕੇ ਆਪਣੀ ਪੰਜਾਬ ਸਰਕਾਰ ਵੀ ਗਲਤ ਹੀ ਆ। ਅੱਛਾ, ਮੈਂ ਸਵਾਲ ਇਹ ਤੁਹਾਨੂੰ ਤਾਂ ਕੀਤਾ, ਜਿੱਦਾਂ ਤੁਸੀਂ ਜਵਾਬ ਦੇ ਵਿੱਚ ਹੀ ਪਹਿਲਾਂ ਸ਼ੁਰੂਆਤੀ ਕਿਹਾ ਕਿ ਸਾਡੇ ਬਜ਼ੁਰਗ ਹੀ ਜਿਹੜੇ ਸੀ ਉਹ ਜੁੜੇ ਹੋਏ ਸੀ, ਉਹ ਇਹਨਾਂ ਨੂੰ ਵੋਟਾਂ ਪਾ ਦਿੰਦੇ ਸੀ। ਪਹਿਲਾਂ ਕਿਹਾ ਜਾਂਦਾ ਸੀ ਕਿ ਬਜ਼ੁਰਗ ਪਿੰਡਾਂ ਦੇ ਵਿੱਚ ਇੰਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਨੂੰ ਇੰਨੀ ਸਮਝ ਨਹੀਂ, ਉਹ ਇਹਨਾਂ ਲੀਡਰਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ। ਪਰ ਹੁਣ ਨੌਜਵਾਨ ਤਾਂ ਪੜ੍ਹੇ ਲਿਖੇ ਨੇ, ਨੌਜਵਾਨੀ ਸੋਚ ਕੀ ਕਰੇਗੀ ਅੱਗੇ ਦਾ ਭਾਜੀ ਨਹੀਂ, ਹੁਣ ਵੋਟ ਤਾਂ ਨਹੀਂ ਇਹਨਾਂ ਨੂੰ ਕੋਈ ਵੀ ਪਊਗੀ, ਇਹ ਤਾਂ ਗੱਲ ਪੱਕੀ ਆ। ਹੁਣ ਸਾਰਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਆ, ਚਾਹੇ ਮੋਦੀ ਨੇ ਖੋਲੀਆਂ, ਚਲੋ ਸਾਨੂੰ ਚੇਤਾਵਨੀ ਦਿੱਤੀ ਆ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕੈਪਟਨ ਬਾਦਲ ਜਾਂ ਹੋਰ ਵੀ ਕਈ ਪਾਰਟੀਆਂ ਜਿਹੜੀ ਮਰਜ਼ੀ ਲਾ ਲਓ, ਸਾਰੀਆਂ ਕੀ ਕਰਦੀਆਂ ਆ, ਸਾਰਾ ਕੁਝ। ਤੁਹਾਨੂੰ ਲੱਗਦਾ ਕੋਈ ਪਾਰਟੀ ਇਦਾਂ ਦੀ ਹੈ ਜਿਹੜੀ ਕਿਸਾਨਾਂ ਦਾ ਵਾਕਈ ਸੋਚਦੀ ਹੈ? ਭਾਜੀ ਹੱਲੇ ਤੱਕ ਤਾਂ ਕੋਈ ਨਹੀਂ ਹੈਗੀ, ਪੂਰੇ ਇੰਡੀਆ 'ਚ ਨਹੀਂ ਹੈਗੀ ਜੀ। ਇਕੱਲੇ ਪੰਜਾਬ ਦੀ ਗੱਲ ਨਹੀਂ ਆਪਾਂ ਕਰਦੇ, ਪੂਰੇ ਇੰਡੀਆ ਵਿੱਚ ਕੋਈ ਇਦਾਂ ਦੀ ਪਾਰਟੀ ਨਹੀਂ ਜਿਹੜੀ ਕਿਸਾਨ ਦੀ ਗੱਲ ਕਰਦੀ ਹੈ। ਚਾਹੇ ਅਕਾਲੀ ਆ, ਚਾਹੇ ਕਾਂਗਰਸ, ਚਾਹੇ BJP ਆ, ਕਿਸਾਨ ਨੂੰ ਦੱਬਦੇ ਹੀ ਆ ਜੀ ਉਹ। ਪੰਜਾਬ ਮੰਡੀ ਬੋਰਡ ਸਾਰਿਆਂ ਨਾਲੋਂ ਵਧੀਆ ਆ। ਪੰਜਾਬ ਮੰਡੀ ਬੋਰਡ ਇੰਡੀਆ 'ਚ ਸਾਰਿਆਂ ਨਾਲੋਂ ਵਧੀਆ ਹੈਗਾ ਹੀ ਆ, ਅੱਵਲ ਤਾਂ ਪੂਰੇ ਏਸ਼ੀਆ ਵਿੱਚ ਕਹਿੰਦੇ ਇਹਦੇ ਨਾਲ ਦਾ ਬੋਰਡ ਹੈ ਨਹੀਂਗਾ, ਤੇ ਇਹ ਉਹਨੂੰ ਭੰਗ ਕਰਨਾ ਚਾਹੁੰਦੇ। ਹੁਣ ਇਹ ਕਹਿੰਦੇ ਆ ਵੀ ਆਪਾਂ ਅਗਲੀ ਸਦੀ 'ਚ ਚੱਲੇ ਆ ਤੇ ਨਵੀਂ ਸਦੀ ਵਿੱਚ ਨਵੇਂ ਕਾਨੂੰਨ ਲੈ ਕੇ ਜਾਵਾਂਗੇ, ਤਾਂ ਇਹ ਤਾਂ ਨਹੀਂ ਗੱਲ ਬਣਦੀ ਕੋਈ ਵੀ ਤੁਸੀਂ ਸਾਡਾ ਗਲ ਘੁੱਟ ਕੇ ਨਵੇਂ ਕਾਨੂੰਨ ਬਣਾਓਗੇ ਕੋਈ। ਇਹ ਤਾਂ ਜ਼ਿਮੀਂਦਾਰ ਦਾ ਗਲ ਘੁੱਟਣ ਵਾਲੀ ਗੱਲ ਹੀ ਹੈ ਜੀ। ਸਰਕਾਰ ਕਹਿੰਦੀ ਕਿ 99% ਸੋਧ ਕਰਨ ਨੂੰ ਤਿਆਰ ਆ, 1% ਰਹਿਣ ਦਿਓ, ਵੀ ਸਾਡੀ ਇੱਜ਼ਤ ਵੀ ਸਾਡੇ ਹੱਥ ਰਹਿਣ ਦਿਓ, ਬਾਕੀ ਸਾਰਾ ਕੁਝ ਕਰਵਾ ਲਓ। ਜਦੋਂ ਇਹ 99% ਸੋਧ ਹੋ ਗਈ ਤਾਂ ਇਹ ਇੱਕ ਕੋਰੇ ਕਾਗਜ਼ ਬਣ ਜਾਣਗੇ। ਤੁਹਾਨੂੰ ਲੱਗਦਾ ਕਿ ਫਿਰ ਵੀ ਇਹਦਾ ਕੋਈ ਅਸਰ ਪਵੇਗਾ ਕਿਸਾਨਾਂ ਦੇ? ਦੇਖੋ ਜੀ, ਸੋਧ ਤੁਸੀਂ ਦੱਸਦੇ ਆ ਵੀ ਕਿਸਾਨ ਇੰਨੇ ਪੜ੍ਹੇ ਲਿਖੇ ਨੇਗੇ, ਅੱਜ ਉੱਥੋਂ ਕੁਝ ਕਹਿ ਕੇ ਤੋੜ ਦੋਗੇ? ਨਹੀਂ, ਹੁਣ ਤਾਂ ਪੜ੍ਹੇ ਲਿਖੇ ਨੇ ਕਿਸਾਨ। ਨਹੀਂ, ਜਿਹੜੇ ਹੁਣ ਮੋਰੇ ਉਹ ਪੜ੍ਹੇ ਲਿਖੇ ਜ਼ਰੂਰ ਆ ਜੀ, ਪਰ ਹੁਣ ਦੇਖੀਏ ਕੀ ਕਰਦੇ ਆ ਨਾ ਹੁਣ। ਪਰ ਉਹ ਤਾਂ 100% ਰੱਦ ਕਰਨ ਨੂੰ ਹੀ ਕਹਿੰਦੇ ਆ ਵੀ ਇਹਨੂੰ, ਇਹ ਕਾਨੂੰਨ ਰੱਦ ਕਰੋ, ਜੋ ਚੱਲਦਾ ਪਹਿਲਾਂ ਠੀਕ ਆ ਉਹ ਚੱਲਣ ਦਿਓ। ਪਹਿਲੀ ਗੱਲ ਤਾਂ ਜੇ ਮੈਂ ਖੇਤੀ ਕਰਦਾ ਆ, ਜੇ ਮੈਨੂੰ ਲੱਗਦਾ ਵੀ ਇਹ ਮੈਨੂੰ ਨੁਕਸਾਨ ਕਰੂਗਾ ਨਵਾਂ ਕਾਨੂੰਨ ਜਿਹੜਾ ਆ, ਫਿਰ ਉਹਨੂੰ ਰੱਦ ਕਰਨਾ ਚਾਹੀਦਾ। ਜੇ ਜਿਹਦੇ ਲਈ ਤੁਸੀਂ ਦੇਣ ਡਏ ਆ, ਜੇ ਉਹਨੂੰ ਲੱਗਦਾ ਨਹੀਂ ਚੰਗਾ ਇਹ, ਫਿਰ ਤੁਸੀਂ ਰੱਦ ਕਰੋ। ਫਿਰ ਦੋ ਰਾਏ ਤਾਂ 'ਚ ਕੋਈ ਹੈ ਹੀ ਨਹੀਂ। ਪੰਜਾਬ ਸਰਕਾਰ ਲੱਗਦਾ ਝੁਕੂ ਮੋਦੀ ਸਰਕਾਰ? ਝੁਕਣਾ 'ਚ ਪੈਣਾ ਜੀ, ਮੋਦੀ ਸਰਕਾਰ ਨੂੰ ਝੁਕਣਾ ਪੈਣਾ ਆ ਜੀ, ਝੁਕਾ ਕੇ ਛੱਡਾਂਗੇ ਤੇ ਹੋਰ ਕੋਈ ਰਾਹ ਵੀ ਹੈ ਨਹੀਂ ਮੋਦੀ ਸਰਕਾਰ ਕੋਲ। ਪਹਿਲੀ ਗੱਲ ਤਾਂ ਇਹ ਆ ਜੀ, ਪਹਿਲਾਂ ਤਾਂ ਇਹਨੀ ਜਿਹੜੀ ਆ ਕਰੋਨਾ ਮਹਾਮਾਰੀ, ਇਹਨੀ ਲੋਕਡਾਊਨ ਕੀਤਾ, ਇਹ ਕਿਸੇ ਨੂੰ ਮੌਕਾ ਨਹੀਂ ਦਿੱਤਾ। ਇੱਕ ਵਾਰੀ ਅਨਾਉਂਸ ਹੀ ਕੀਤਾ, ਜਿੱਦਾਂ ਨੋਟਬੰਦੀ ਕੀਤੀ ਸੀ, ਲਓ ਵੀ ਕੱਲ ਤੋਂ ਲੋਕਡਾਊਨ ਆ। ਇਹ ਗਲਤੀਆਂ ਸਾਰੀਆਂ ਮੋਦੀ ਸਰਕਾਰ ਦੀਆਂ। ਲੋਕੀ ਕਿੰਨੇ ਪਰੇਸ਼ਾਨ ਹੋਏ ਨੋਟਬੰਦੀ ਵੇਲੇ ਵੀ, ਆ ਜਦੋਂ ਲੋਕਡਾਊਨ ਲੱਗਾ ਪਹਿਲੀ ਵਾਰੀ ਉਦੋਂ ਵੀ। ਫਿਰ ਲੋਕਡਾਊਨ ਲੱਗੇ ਤੇ ਲੋਕਡਾਊਨ ਹੀ ਚੱਲਦਾ ਸੀ, ਹਲੇ ਕਿਹੜਾ ਕਰੋਨਾ ਖਤਮ ਹੋ ਗਿਆ। ਤੇ ਆ ਜਿਹੜੇ ਕਿਸਾਨਾਂ ਲਈ ਕਾਨੂੰਨ ਹੀ ਨਹੀਂ ਲਿਆਂਦੇ ਆ, ਵੀ ਕੀ ਕਾਹਲੀ ਪੈ ਗਈ ਸੀ ਇਹਨਾਂ ਨੂੰ, ਜਿਹੜੇ ਵੀ ਦਵਾ ਦਵ ਕਾਨੂੰਨ ਪਾਸ ਹੋਣੇ ਚਾਹੀਦੇ ਆ। ਵਜ੍ਹਾ ਇੱਕੋ ਹੀ ਆ, ਜਦੋਂ ਕਰੋਨਾ ਲਈ ਲੋਕਡਾਊਨ ਲੱਗਾ, ਟੋਟਲੀ ਫੈਕਟਰੀ ਇੰਡਸਟਰੀ ਜੋ ਵੀ ਸੀ ਸਾਰਾ ਕੰਮ ਬੰਦ ਹੋ ਗਿਆ। ਪਰ ਜਿਹੜੀ ਖੇਤੀ ਸੀ, ਜ਼ਿਮੀਂਦਾਰਾਂ ਨੇ, ਕਿਸਾਨਾਂ ਨੇ ਕਣਕ ਬੀਜੀ ਉਹ ਸੀ, ਉਹ ਵੀ ਵੱਢੀ। ਉਦੋਂ ਬਾਅਦ ਝੋਨਾ ਬੀਜਿਆ ਸੀ, ਉਹ ਵੀ ਵੱਢਿਆ। ਝੋਨਾ ਮੰਡੀਆਂ 'ਚ ਵੀ ਗਿਆ, ਵਿਕਿਆ। ਅੰਬਾਨੀ, ਅਡਾਨੀ, ਉਹਨਾਂ ਨੂੰ ਵੱਡੇ ਘਰਾਣਿਆਂ ਨੂੰ ਇਹ ਲੱਗਦਾ ਵੀ ਜਿਹੜੀ ਇਹ ਚੀਜ਼ ਆ ਕਿਸਾਨਾਂ ਦੀ, ਜਿਹੜੀ ਖੇਤੀ ਆ, ਇਹ ਹਰ ਇੱਕ ਬੰਦਾ, ਛੋਟਾ ਵੱਡਾ ਜੋ ਵੀ ਆ, ਇਹਨਾਂ ਦੀ ਰੋਟੀ ਪਾਣੀ ਜੋ ਵੀ ਇਹਨਾਂ ਤੋਂ ਚੱਲਦਾ, ਇਹ ਕਦੀ ਬੰਦ ਨਹੀਂ ਹੋਣਾ, ਚਾਹੇ ਕੁਛ ਹੋ ਜਾਵੇ। ਇਹਨਾਂ ਦੇ ਬਾਕੀ ਜਿਹੜੇ ਇਹਨਾਂ ਦੇ ਬਿਜ਼ਨਸ ਸੀ ਸਾਰੇ ਡਾਊਨ ਹੋ ਗਏ, ਪਰ ਜਿਹੜਾ ਖੇਤੀ ਦਾ ਸੀਗਾ, ਖੇਤੀ ਦਾ ਜਿਹੜਾ ਚੱਲਦਾ ਸੀ ਸਿਸਟਮ, ਉਹਦੇ ਚੱਲੀ ਗਿਆ। ਇਹਨਾਂ ਜਿਹੜੀ GDP ਸੀਗੀ -23% ਆ ਗਈ ਸੀ, ਜਿਹੜੀ ਸੀ ਬਿਜ਼ਨਸ ਵਾਲੀ ਇਹਨਾਂ ਦੀ, ਗੱਡੀਆਂ ਵਾਲੀ। ਤੇ ਜਿਹੜਾ ਖੇਤੀ ਦਾ ਸੀਗਾ ਆਪਣਾ, ਉਹ +4% ਸੀਗਾ ਇਹਨਾਂ ਦਾ। ਇਸ ਕਰਕੇ ਸਾਰਿਆਂ ਨੇ ਮਿਲੀ ਭੁਗਤਿਆ ਜੀ।
ਮੋਦੀ ਸਰਕਾਰ ਨੂੰ ਕਿਹਾ ਵੀ ਇਹਨਾਂ ਦੇ ਇਹ ਕਾਨੂੰਨ ਬਣਾਓ, ਹੌਲੀ ਹੌਲੀ ਇਹ ਆਪਾਂ ਹੜੱਪਾਂਗੇ। ਜਿੱਦਾਂ ਹੁਣ ਇਹਨੇ ਕਾਨੂੰਨ ਵਿੱਚ ਲਿਖਿਆ ਵੀ 8% ਟੈਕਸ ਲਾਵਾਂਗੇ ਸਰਕਾਰੀ ਮੰਡੀ ਤੇ, ਪ੍ਰਾਈਵੇਟ ਤੇ 1% ਆ। ਲੋਕੀ ਹੌਲੀ ਹੌਲੀ ਸਰਕਾਰੀ ਤੋਂ ਹਟ ਕੇ ਪੈਸੇ ਬਚਾਉਣ ਦੇ ਚੱਕਰ 'ਚ ਪ੍ਰਾਈਵੇਟ ਵੇਚਣਗੇ। 2-3 ਸਾਲਾਂ ਬਾਅਦ ਇਹ ਨਹੀਂ ਕਹਿਣਾ ਵੀ ਸਰਕਾਰ ਨੂੰ ਕੋਈ ਚੀਜ਼ ਤਾਂ ਵਿਕਦਾ ਨਹੀਂ, ਉਹ ਬੰਦ ਹੀ ਕਰ ਦਿਓ। ਇੱਕ ਤਾਂ ਸਰਕਾਰੀ ਪ੍ਰਾਪਰਟੀ ਇਹ ਵੇਚਣਗੇ, ਜਿੱਦਾਂ ਕਿ ਹੁਣ ਰੇਲ ਗੱਡੀ, ਏਅਰਪੋਰਟ, ਏਅਰ ਇੰਡੀਆ, LIC, ਪੈਟਰੋਲ ਪੰਪ, 3 ਬੰਗਲੌਰ ਦਾ ਏਅਰਪੋਰਟ ਅਡਾਨੀ ਉਹਨਾਂ ਨੇ ਦਿੱਤਾ। 50-50 ਸਾਲ ਦੀ ਲੀਜ਼ ਤੇ ਦੇਈ ਜਾਂਦਾ ਮੋਦੀ ਆਪ ਹੋਰ 5-10 ਸਾਲ 15 ਸਾਲ ਆ, ਇੱਕ ਦਿਨ ਤੈਨੂੰ ਮਰਨਾ ਹੀ ਆ। ਆਉਣ ਵਾਲੀ ਜਨਰੇਸ਼ਨ ਲਈ ਕੀ ਛੱਡ ਕੇ ਚੱਲਿਆ ਇਹ? ਵੱਡੀ ਗੱਲ ਤਾਂ ਇਹ ਆ, ਇਹੀ ਕੰਮ ਇਹ ਕਿਸਾਨਾਂ ਦਾ ਕਰ ਰਿਹਾ ਇਹ, ਵੀ ਆਉਣ ਵਾਲੀ ਜਨਰੇਸ਼ਨ ਕਿਸਾਨ ਇੱਥੇ ਖੁਦਕੁਸ਼ੀਆਂ ਤਾਂ ਅੱਗੇ ਕਰਦੇ ਆ, ਠੀਕ ਨਹੀਂ? ਉਹਨਾਂ ਦੀ ਸਹੂਲਤ ਵਾਸਤੇ ਜਿੱਦਾਂ ਸਾਡੇ ਨੌਜਵਾਨ ਨੇ ਕਿਹਾ ਵੀ ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਡੀਜ਼ਲ ਆ, ਕਿਸਾਨਾਂ ਨੂੰ ਹੋਰ ਰੇਟ ਤੇ ਮਿਲਦਾ, ਗੱਡੀਆਂ 'ਚ ਪਾਉਣ ਨੂੰ ਹੋਰ ਮਿਲਦਾ। ਸਹੂਲਤਾਂ ਇਦਾਂ ਦੀਆਂ ਹੁੰਦੀਆਂ ਸਿੱਧੀਆਂ ਡਾਇਰੈਕਟ ਜਿਹੜੀਆਂ ਕਿਸਾਨ ਨੂੰ ਮਿਲਣ। ਇਹ ਸਿਰਫ ਜੁਮਲੇ ਦਿੰਦੇ ਆ ਜੀ ਮੋਦੀ ਸਰਕਾਰ, ਜਿਹੜੀ ਅੱਛੇ ਦਿਨ ਕਹਿੰਦੇ ਸੀ ਨਾ, ਅੱਛੇ ਦਿਨ ਤਾਂ ਕਦੀ ਆਉਣੇ ਵੀ ਨਹੀਂ, ਨਾ ਜਿੰਨਾ ਚਿਰ ਇਹ ਜੀਂਦਾ ਤੇ ਨਾ ਇਹਨੇ ਆਉਣ ਦੇਣੇ ਹੀ ਆ ਜੀ, ਠੀਕ ਨਹੀਂ? ਇੰਸ਼ੋਰੈਂਸ ਤਾਂ ਉਹ ਖੇਤੀ ਕਾਨੂੰਨਾਂ ਦੇ ਵਿੱਚ ਲੈ ਕੇ ਆ ਰਹੀ ਹੈ ਮੋਦੀ ਸਰਕਾਰ। ਪਹਿਲਾਂ ਹੀ ਕਰ ਦਿੰਦੇ ਭਾਜੀ, ਇੰਨੇ ਲੋਕ ਇੱਥੇ ਮੰਨ ਰਹੇ ਆ, ਫਾਹਾ ਲੈ ਕੇ ਕੋਈ ਵੀ ਗੱਲ ਦੇ ਵਿੱਚ ਫੰਦਾ ਪਾ ਕੇ ਮੰਨ ਰਿਹਾ, ਉਹਨਾਂ ਨੂੰ ਕੀ ਲੋੜ ਹੈ ਮਨ ਦੀ? ਜੇ ਆਪਾਂ ਨੂੰ ਪਹਿਲਾਂ ਹੀ ਸਾਰਾ ਕੁਝ ਮਿਲ ਰਿਹਾ ਆ ਤੇ ਆਪਣੇ ਕਿਸਾਨ ਵੀਰ ਕਾਹਦੇ ਮਰਨ, ਠੀਕ ਨਹੀਂ? ਆਪਣੇ ਹੁਣ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਕਹਿ ਹਟਿਆ ਕਿ ਆਪਣੇ ਖਰਚੇ, ਚੀਜ਼ਾਂ ਆਪਣੀਆਂ ਮਹਿੰਗੀਆਂ ਆ, ਵਿਕਦਾ ਕੁਛ ਹੈ ਨਹੀਂਗਾ, ਠੀਕ ਨਹੀਂ? ਆਪੇ ਫਿਰ ਭਾਜੀ ਮਰਨਾ ਹੀ ਆ। ਅੱਛਾ, ਆਖਰੀ ਸਵਾਲ ਮੈਂ ਲਊਂਗਾ। ਕਹਿੰਦੇ ਨੇ ਕਿ ਮੋਦੀ ਸਰਕਾਰ ਅੜੀਅਲ ਬੜੀ ਆ, ਜਿਹੜੇ ਇਹਨੇ ਕਾਨੂੰਨ ਬਣਾਤੇ ਨੇ, ਧਾਰਾ 370 ਵੀ ਲਾਗੂ ਕਰਤੀ ਜਾਂ CA ਦਾ ਜਿਹੜਾ ਕਾਨੂੰਨ ਬਣਾਤਾ, ਇਹ ਪਿੱਛੇ ਨਹੀਂ ਹਟੀ। ਹੁਣ ਗੱਲ ਪੰਜਾਬ ਤੇ ਆ, ਪੰਜਾਬ ਦੀ ਕਿਸਾਨੀ ਤੇ ਆ। ਕਿਸਾਨ ਕਹਿੰਦੇ ਨੇ ਕਿ ਅਸੀਂ ਹਟਾ ਕੇ ਹਟਾਂਗੇ। ਦਿੱਲੀ ਘੇਰ ਲਈ ਗਈ, ਕਿਹਾ ਜਾਂਦਾ ਸੀ ਕਿ ਦਿੱਲੀ ਘੇਰ ਲਾਂਗੇ ਜੇਕਰ ਸਰਕਾਰ ਨਾ ਮੰਨੀ। ਜੇ ਹੁਣ ਵੀ ਸਰਕਾਰ ਨਾ ਮੰਨੀ ਤਾਂ ਅਗਲੀ ਆਪਸ਼ਨ ਕੀ ਲੱਗਦੀ ਹੈ ਕਿਸਾਨਾਂ ਕੋਲ? ਭਾਜੀ ਜੇ ਮੋਦੀ ਅੜੀ ਵਾਲਿਆ, ਇਹਨਾਂ ਨੂੰ ਇਹ ਵੀ ਚੇਤਾ ਹੋਣਾ ਚਾਹੀਦਾ ਵੀ 18 ਵਾਰੀ ਅਸੀਂ ਜਿੱਤ ਹਟੇ ਆ, ਦਿੱਲੀ ਨੂੰ ਬਿੱਲੀ ਕਹਿ ਕੇ ਛੱਡਿਆ ਆ, ਤੇ ਹੁਣ ਵੀ ਛੱਡਾਂਗੇ ਨਹੀਂ। ਜੇ ਇਹ ਗੱਲ ਜ਼ਿਆਦਾ ਆ, ਜ਼ਿਆਦਾ ਸਿੰਘਾਂ ਦੀ ਵੀ ਬਹੁਤ ਆ, ਕਿਸਾਨਾਂ ਦੀ ਵੀ ਬਹੁਤ ਜ਼ਿਆਦਾ ਆ। ਇਹਨਾਂ ਨੂੰ ਮੰਨ ਲੈਣਾ ਚਾਹੀਦਾ, ਵਧੀਆ ਗੱਲ ਆ। ਕਿਸੇ ਦਾ ਨੁਕਸਾਨ ਨਾ ਹੋਵੇ, ਨਾ ਸਰਕਾਰ ਦਾ ਹੋਵੇ, ਨਾ ਕਿਸਾਨਾਂ ਦਾ ਹੋਵੇ, ਠੀਕ ਨਹੀਂ? ਫਿਰ ਵਧੀਆ ਤਰੀਕੇ ਨਾਲ ਇਹਨਾਂ ਨੂੰ ਮੰਨ ਲੈਣਾ ਚਾਹੀਦਾ, ਬੈਠ ਕੇ ਗੱਲ ਨਿਬੇੜ ਲੈਣੀ ਚਾਹੀਦੀ ਹੈ। ਮੋਦੀ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜੰਮੂ ਕਸ਼ਮੀਰ ਨਹੀਂ, ਇਹ ਪੰਜਾਬ ਆ ਜੀ, ਠੀਕ ਨਹੀਂ? ਪੰਜਾਬ ਦੇ ਜਿਹੜੇ ਨੌਜਵਾਨ ਆ, ਇੱਥੇ ਦੇ ਲੋਕੀ ਆ, ਕੁਝ ਵੀ ਕਰ ਸਕਦੇ ਆ ਜੀ। ਮੋਦੀ ਸਰਕਾਰ ਤਾਂ ਕੁਝ ਵੀ ਨਹੀਂ ਗੀ, ਠੀਕ ਨਹੀਂ? ਜੋ ਵੱਧ ਤੋਂ ਵੱਧ ਯੋਗਦਾਨ ਪਿਆ, ਹਰ ਇੱਕ ਨੌਜਵਾਨ, ਹਰ ਇੱਕ ਬੱਚਾ ਵੱਡਾ ਇਸ ਸੰਘਰਸ਼ ਵਿੱਚ ਯੋਗਦਾਨ ਪਾਊਗਾ ਤੇ ਮੋਦੀ ਸਰਕਾਰ ਨੂੰ ਝੁਕਾ ਕੇ ਹੀ ਹਟਾਂਗੇ ਜੀ। ਹੋਰ ਇਹਦਾ ਕੋਈ ਹੱਲ ਨਹੀਂ ਜੀ। ਇਹ ਕਾਨੂੰਨ ਰੱਦ ਹੀ ਹੋਣੇ ਚਾਹੀਦੇ। ਉੱਦਾਂ ਭਾਜੀ 50 ਸਾਲਾਂ ਨੂੰ ਮਰਨਾ, ਕੱਲ ਨੂੰ ਮਰ ਜਾਾਂਗੇ ਉੱਥੇ ਦਿੱਲੀ, ਹੋਰ ਕੀ ਹੋਣਾ? ਮੈਨੇ ਮਾਰਨੇ ਹੀ ਆ। ਬਜ਼ੁਰਗਾਂ ਨੂੰ ਕਰੀ ਜਾਂਦਾ ਤੇ ਹੁਣ ਗਾਹਾਂ ਦਾ ਆਪਣੇ ਵੀ ਇਹੀ ਪੀੜ੍ਹੀ ਆਉਣੀ ਆ। ਗਾਹਾਂ ਨਾ ਗਾਹਾਂ ਕੀ ਕਰਨਾ, ਨਾ ਕੋਈ ਕੰਮ ਹੈ, ਨਾ ਧੰਦਾ, ਨਾ ਜੋਬ ਆ, ਕੋਈ ਨੌਕਰੀ ਆ। ਬਿਲਕੁਲ, ਬਜ਼ੁਰਗ ਇਹੀ ਕਹਿ ਰਹੇ ਨੇ ਕਿ ਜੇਕਰ ਅੱਜ ਵੀ ਅਸੀਂ ਨਾ ਉੱਠੇ ਤਾਂ ਅਸੀਂ ਕੀ ਕਵਾਂਗੇ ਆਪਣੇ ਬੱਚਿਆਂ ਨੂੰ ਕਿ ਅਸੀਂ ਕੀ ਕੀਤਾ ਉਹਨਾਂ ਦੇ ਲਈ। ਤੁਹਾਡਾ ਕੀ ਕਹਿਣਾ ਬਾਈ? ਭਾਜੀ ਮੁਗਲਾਂ ਦੇ ਟਾਈਮ ਤੇ ਵੀ ਬਿਲਕੁਲ ਇਦਾਂ ਦੇ ਕਾਨੂੰਨ ਸੀ। ਮੁਗਲਾਂ ਦੇ ਵੀ ਕਿਸਾਨਾਂ ਦੀ ਜਿਹੜੀ ਜ਼ਮੀਨ ਸੀ ਨਾ, ਉਹ ਮੁਗਲਾਂ ਕੋਲ ਹੁੰਦੀ ਸੀ ਤੇ ਕਿਸਾਨ ਸਿਰਫ ਕੰਮ ਕਰਦੇ ਸੀ। ਜਿਹੜਾ ਜੋ ਵੀ ਆਮਦਨ ਸੀ ਉਹ ਮੁਗਲਾਂ ਦੀ ਸੀਗੀ। ਤੇ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਤੋਂ ਜ਼ਮੀਨਾਂ ਛਡਾ ਕੇ ਤਾਂ ਕਿਸਾਨਾਂ ਦਿੱਤੀਆਂ ਸੀਗੀਆਂ। ਜੇ ਅਸੀਂ ਮੁਗਲਾਂ ਤੋਂ ਛਡਾ ਕੇ ਦੇ ਸਕਦੇ ਹਾਂ ਤਾਂ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਮੁਗਲਾਂ ਸਾਹਮਣੇ ਤਾਂ ਉਦਾਂ ਹੀ ਇਹ ਢੇਰੀ ਹੋ ਜਾਂਦੇ ਹੁੰਦੇ ਸੀਗੇ, ਜਿਹੜੇ ਹੁਣ ਪੰਜਾਬ ਨਾਲ ਡਏ ਆ। ਜਿਹੜਾ ਕਿਸਾਨੀ ਸੰਘਰਸ਼ ਚੱਲਿਆ, ਆਪਾਂ ਤਾਂ ਇਹ ਚਾਹੁੰਦੇ ਆ ਵੀ ਇਹ ਨੌਜਵਾਨਾਂ ਨੂੰ ਨਵੀਂ ਸੇਧ ਦੇ ਗਿਆ ਜੀ, ਇੱਕ ਕੌਮ ਪ੍ਰਤੀ, ਇੱਕ ਆਪਣੇ ਹੱਕ ਪ੍ਰਤੀ। ਪਹਿਲਾਂ ਸਾਡੇ ਨੌਜਵਾਨ ਜਿਹੜੇ ਸੀ, ਕਹ ਲਓ ਵੀ 50% ਇੱਧਰ ਨੂੰ ਸੋਚਦੇ ਨਹੀਂ ਸੀਗੇ। ਹੁਣ 100% ਟੋਟਲੀ ਸਾਰੇ ਨੌਜਵਾਨ ਇੱਧਰ ਨੂੰ ਸੋਚਦੇ ਆ ਵੀ ਸਾਡੇ ਹੱਕ ਕੀ ਆ, ਸਾਡੀ ਕੌਮ ਕੀ ਆ, ਸਾਡਾ ਦਰਜਾ ਕੀ ਆ। ਹਰ ਇੱਕ ਹੱਕ ਸਾਰਿਆਂ ਨੂੰ ਹੁਣ ਲੈਣੇ ਆਉਂਦੇ ਆ ਤੇ ਲੈ ਕੇ ਰਹਾਂਗੇ ਜੀ। ਬਿਲਕੁਲ, ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਰਖਾਇਆ ਹੋਇਆ। ਇਹ ਨੌਜਵਾਨ ਵੀ ਸੇਵਾ ਕਰ ਰਹੇ ਨੇ, ਇਹ ਬੱਚੇ ਵੀ ਇੱਥੇ ਸੇਵਾ ਦੇ ਵਿੱਚ ਜੁਟੇ ਹੋਏ ਨੇ। ਬੇਟਾ ਕੀ ਨਾਮ ਹੈ ਤੁਹਾਡਾ? ਓਂਕਾਰ ਸਿੰਘ। ਕਿਸਾਨੀ ਅੰਦੋਲਨ ਚੱਲ ਰਿਹਾ, ਤਸਵੀਰਾਂ ਦੇਖਦੇ ਹੋ ਟੀਵੀ 'ਚ? ਹਾਂਜੀ। ਕੀ ਲੱਗਦਾ ਹੈ? ਕਿਸਾਨਾਂ ਦੀ ਜਿੱਤ ਹੋਊਗੀ। ਲੱਗਦਾ ਮੋਦੀ ਸਰਕਾਰ ਝੁਕੂਗੀ? ਹਾਂਜੀ। ਪਹਿਲੇ ਜ਼ਮਾਨੇ 'ਚ ਵੀ ਸਰਕਾਰਾਂ ਨੂੰ ਝੁਕਵਾਇਆ ਸੀ ਤਾਂ ਹੁਣ ਵੀ ਝੁਕਵਾਉਗੇ। ਕਿੱਦਾਂ ਕੀ ਲੱਗਦਾ? ਕਿਸਾਨ ਤਾਂ ਉੱਥੇ ਡਟੇ ਹੋਏ ਨੇ ਦਿੱਲੀ ਦੇ ਵਿੱਚ, ਮੋਦੀ ਸਰਕਾਰ ਅਜੇ ਝੁਕਣ ਤਾਂ ਡਈ ਨਹੀਂ, ਮੀਟਿੰਗਾਂ ਕਰੀ ਜਾ ਰਹੀ ਆ। ਤੁਸੀਂ ਦੇਖਦੇ ਹੋ ਤਸਵੀਰਾਂ ਟੀਵੀ 'ਚ? ਹਾਂਜੀ। ਕਿਸਾਨ ਨੇ ਤਾਂ ਪੰਜਾਬ ਦਾ ਪਾਣੀ ਪੀਤਾ, ਉਹ ਨਹੀਂ ਹਲੇ ਮੈਦਾਨ ਛੱਡੂਗਾ। ਤਾਂ ਫਿਰ ਸਰਕਾਰ ਨੂੰ ਤਾਂ ਹਾਰ ਮੰਨ ਕੇ ਉੱਥੋਂ ਝੁਕਣਾ ਹੀ ਪਊਗਾ। ਤੁਹਾਡਾ ਦਿਲ ਕਰਦਾ ਦਿੱਲੀ ਜਾਣ ਨੂੰ? ਹਾਂਜੀ। ਤੁਹਾਡਾ ਕੀ ਨਾਮ ਹੈ ਬੇਟਾ? ਮੇਰਾ ਨਾਮ ਹੈ ਗੁਰਸ਼ਰਨਜੀਤ ਸਿੰਘ ਬੈਂਸ। ਤੁਸੀਂ ਵੀ ਦੇਖਦੇ ਹੋ ਟੀਵੀ ਦੇ ਵਿੱਚ ਕਿਸਾਨਾਂ ਦਾ ਅੰਦੋਲਨ? ਹਾਂਜੀ, ਮੈਂ ਦੇਖਦਾ ਹਾਂ। ਕੀ ਲੱਗਦਾ ਉੱਥੇ ਕਿੱਦਾਂ ਕਿਸਾਨ ਬੈਠੇ ਨੇ? ਕਿਸਾਨ ਬੈਠੇ ਨੇ ਤਾਂ ਮੋਦੀ ਦੀ ਸਰਕਾਰ ਜਿਹੜੀ ਉਹ ਚੱਕੂਗੀ। ਕਿਸਾਨਾਂ ਦੀ ਹਿੰਮਤ ਆ। ਮੈਸੇਜ ਦੇਣਾ ਚਾਹੁੰਦੇ ਹੋ ਕੋਈ ਕਿਸਾਨਾਂ ਨੂੰ ਉੱਥੇ ਬੈਠੇ ਜਿਹੜੇ ਠੰਡ ਦੇ ਵਿੱਚ? ਡਟੇ ਰਹੋ ਜੀ, ਡਟੇ ਰਹੋ।
ਆ ਜਿੱਤਾਂਗੇ ਜ਼ਰੂਰ। ਤੁਹਾਡੇ ਨਾਲ ਆ ਤਾਂ ਜਿੱਤਾਂਗੇ ਜ਼ਰੂਰ। ਬਿਲਕੁਲ, ਇਹ ਬੱਚਿਆਂ ਦੇ ਵਿੱਚ ਵੀ ਜੋਸ਼ ਪੂਰਾ ਹੈ। ਇਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਪੂਰਾ ਜੋਸ਼ ਹੈ। ਬੱਚਿਆਂ ਵੱਲੋਂ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਕਿ ਜਿਹੜੇ ਕਿਸਾਨ ਦਿੱਲੀ ਦੇ ਵਿੱਚ ਡਟੇ ਹੋਏ ਨੇ ਉਹ ਡਟੇ ਰਹਿਣ। ਇੱਥੇ ਪੰਜਾਬ ਦੇ ਵਿੱਚ ਮੋਰਚੇ ਸਾਂਭੇ ਹੋਏ ਨੇ, ਪਿੰਡਾਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀਆਂ ਉਹ ਟੀਮਾਂ ਬਣੀਆਂ ਹੋਈਆਂ ਨੇ, ਗਰੁੱਪ ਬਣੇ ਹੋਏ ਨੇ। ਵਾਰੀ ਸਿਰ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ। ਕੁਝ ਨੌਜਵਾਨ ਦਿੱਲੀ ਤੋਂ ਆ ਜਾਂਦੇ ਨੇ, ਕੁਝ ਨੌਜਵਾਨ ਪਿੰਡਾਂ ਤੋਂ ਦਿੱਲੀ ਨੂੰ ਚਲੇ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਇਹਨਾਂ ਨੌਜਵਾਨ ਵੀ ਪਹਿਲਾਂ 3 ਵਾਰ ਹੋ ਆਏ ਨੇ। ਹੁਣ ਇਹਨਾਂ ਦੇ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਰਖਵਾਇਆ ਹੋਇਆ। ਪਰਸੋਂ ਇਸ ਦੇ ਭੋਗ ਪਾਏ ਜਾਣਗੇ। ਉਸ ਤੋਂ ਉਪਰੰਤ ਇਹ ਨੌਜਵਾਨ ਕਹਿ ਰਹੇ ਨੇ ਕਿ ਇਹਨਾਂ ਵੱਲੋਂ ਦੁਬਾਰਾ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ। ਜਿੰਨਾ ਤੱਕ ਸਰਕਾਰ ਝੁਕਦੀ ਨਹੀਂ ਉਹਨਾਂ ਤੱਕ ਇਹ ਆਪਣੇ ਸੰਘਰਸ਼ ਜਾਰੀ ਰੱਖਣਗੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਪਿੰਡ ਤਲਣ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।